ਹੈਲੋ ਜੀ, ਵੱਡਿਆਂ ਨੂੰ ਸਤਿ ਸ਼੍ਰੀ ਅਕਾਲ, ਛੋਟਿਆਂ ਨੂੰ ਪਿਆਰ। ਮੈਂ ਮਨਪ੍ਰੀਤ ਕੌਰ। ਸਭ ਤੋਂ ਪਹਿਲਾਂ ਅੱਜ ਦਾ ਵਿਚਾਰ। ਫਰੈਂਡਸ, ਅੱਜ ਦਾ ਵਿਚਾਰ ਉਹਨਾਂ ਲਈ ਜੋ ਹਰ ਵੇਲੇ ਹਰ ਪਲ ਕਿਸਮਤ ਦਾ ਹੀ ਰੋਣਾ ਰੋਂਦੇ ਰਹਿੰਦੇ ਨੇ ਕਿ ਸਾਡੀ ਤਾਂ ਕਿਸਮਤ ਖਰਾਬ ਹੈ, ਸਾਡੀ ਤਾਂ ਜੀ ਕਿਸਮਤ ਖਰਾਬ ਹੈ, ਸਾਡੀ ਕਿਸਮਤ 'ਚ ਤਾਂ ਹੀ ਕੁਛ ਲਿਖਿਆ ਸੀ, ਸਾਡੀ ਕਿਸਮਤ ਬਹੁਤ ਮਾੜੀ ਹੈ, ਸਾਡੀ ਕਿਸਮਤ 'ਚ ਧੱਕੇ ਲਿਖੇ ਹੈ, ਵਗੈਰਾ ਵਗੈਰਾ। ਉਹ ਸਭ ਸਾਰਾ ਦਿਨ ਕਿਸਮਤ ਕਿਸਮਤ ਹੀ ਕਰੀ ਜਾਂਦੇ ਹੈ। ਉਹ ਆਪਣੀ ਕਿਸਮਤ ਨੂੰ ਮਾੜੀ ਕਹਿ ਕੇ ਇਹੀ ਫੀਲ ਕਰਵਾ ਲੈਂਦੇ ਆਪਣੇ ਆਪ ਨੂੰ ਕਿ ਵਾਕਈ ਸਾਡੀ ਤਾਂ ਕਿਸਮਤ ਮਾੜੀ ਹੈ। ਸੋ ਫਰੈਂਡਸ, ਕਿਸਮਤ ਮਾੜੀ ਨਹੀਂ ਹੁੰਦੀ, ਕਿਸਮਤ ਨੂੰ ਬਣਾਉਣਾ ਪੈਂਦਾ ਹੈ। ਕਿਸਮਤ ਨੂੰ ਆਪਾਂ ਆਪ ਬਣਾਉਣਾ ਹੁੰਦਾ ਹੈ। ਆਪਾਂ ਕੋਸ਼ਿਸ਼ ਕਰੀਏ ਤਾਂ ਆਪਾਂ ਕਿਸਮਤ ਨੂੰ ਵਧੀਆ ਵੀ ਬਣਾ ਸਕਦੇ ਹਾਂ। ਕਿਉਂ ਆਪਾਂ ਸਾਰਾ ਦਿਨ ਨੈਗੇਟਿਵਿਟੀ ਦਿਮਾਗ ਦੇ ਵਿੱਚ ਰੱਖੀਏ ਕਿ ਸਾਡੀ ਕਿਸਮਤ ਖਰਾਬ ਹੈ। ਆਪਾਂ ਕੋਸ਼ਿਸ਼ ਕਰੀਏ ਕਿ ਸਾਡੀ ਕਿਸਮਤ ਠੀਕ ਹੋ ਜੇ। ਅਸੀਂ ਬੜੇ ਮਾਣ ਨਾਲ ਲੋਕਾਂ ਨੂੰ ਕਹਿ ਸਕੀਏ ਕਿ ਹਾਂ, ਮੈਂ ਆਪਣੀ ਕਿਸਮਤ ਆਪ ਬਣਾਈ ਹੈ, ਮੈਂ ਆਪਣੀ ਕਿਸਮਤ ਨੂੰ ਆਪ ਹੀ ਬਣਾਇਆ, ਆਪਣੇ ਹੱਥੀਂ ਬਣਾਇਆ। ਆਪਣੀ ਕਿਸਮਤ ਨੂੰ ਆਪਣੇ ਹੱਥੀਂ ਕੰਮ ਕਰ ਕਰਕੇ, ਓਵਰ ਟਾਈਮ ਕਰ ਕਰਕੇ ਮੈਂ ਆਪਣੀ ਕਿਸਮਤ ਆਪ ਬਣਾਈ ਹੈ। ਇਸ ਤਰ੍ਹਾਂ ਦਾ ਜਜ਼ਬਾ ਰੱਖਣਾ ਚਾਹੀਦਾ ਹੈ ਹਰ ਇੱਕ ਇਨਸਾਨ ਨੂੰ, ਨਾ ਕਿ ਇਸ ਤਰ੍ਹਾਂ ਦਾ ਕਿ ਸਾਡੀ ਤਾਂ ਕਿਸਮਤ ਖਰਾਬ ਹੈ। ਇਹ ਬਿਲਕੁਲ ਗਲਤ ਹੈ। ਅਗਰ ਆਪਾਂ ਕਿਸਮਤ ਨੂੰ ਵਧੀਆ ਬਣਾਉਣ ਲਈ ਕੋਸ਼ਿਸ਼ ਹੀ ਨਹੀਂ ਕਰਾਂਗੇ ਤਾਂ ਫਿਰ ਕਿਸਮਤ ਵਧੀਆ ਬਣੇਗੀ ਕਿਵੇਂ। ਬਾਹਰਲੀਆਂ ਕੰਟਰੀਆਂ ਵਿੱਚ ਆਦਮੀ ਔਰਤ ਮਿਲ ਕੇ ਕੰਮ ਕਰਦੇ ਹੈ। ਜੋ ਕੰਮ ਔਰਤ ਵਾਲਾ ਹੈ ਉਹ ਆਦਮੀ ਵੀ ਉਸ ਦੇ ਨਾਲ ਕਰਵਾ ਰਿਹਾ ਹੈ, ਔਰ ਜੋ ਕੰਮ ਆਦਮੀ ਦਾ ਹੈ, ਕਮਾਈ ਕਰਨਾ, ਬਾਹਰ ਜਾਣਾ, ਆਫਿਸ ਦੇਖਣਾ, ਜੋ ਆਪਣੇ ਮੁਤਾਬਕ, ਇੰਡੀਆ ਦੇ ਮੁਤਾਬਕ ਉਹ ਕੰਮ ਸਿਰਫ ਆਦਮੀ ਦਾ ਹੈ, ਔਰ ਔਰਤਾਂ ਦਾ ਘਰੇ ਬੈਠ ਕੇ ਖਾਣਾ ਬਣਾਉਣਾ। ਇਹ ਸੋਚ ਆਪਣੇ ਇੰਡੀਆ ਦੀ ਹੈ। ਅਗਰ ਆਪਾਂ ਬਾਹਰ ਜਾ ਕੇ ਦੇਖਦੇ ਹਾਂ ਤਾਂ ਉਧਰ ਔਰਤਾਂ ਆਦਮੀ ਵਾਲੇ ਵੀ ਕੰਮ ਕਰ ਰਹੀਆਂ ਨੇ, ਔਰ ਆਦਮੀ ਔਰਤਾਂ ਵਾਲੇ ਵੀ ਕੰਮ ਕਰ ਰਹੇ ਨੇ। ਕੁਛ ਨਹੀਂ ਛੋਟਾ ਵੱਡਾ, ਕੁਛ ਕੰਮ ਨਹੀਂ ਹੈ। ਛੋਟੀ ਸੋਚ ਹੁੰਦੀ ਹੈ, ਕੰਮ ਛੋਟਾ ਨਹੀਂ ਹੁੰਦਾ, ਛੋਟੀ ਬੰਦੇ ਦੀ ਸੋਚ ਹੁੰਦੀ ਹੈ। ਇਸ ਲਈ ਜੋ ਵੀ ਕੰਮ ਮਿਲਦਾ ਹੈ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਕੋਈ ਵੀ ਕੰਮ ਹੈ, ਇਹ ਨਾ ਸੋਚੋ ਕਿ ਸਾਨੂੰ ਲੋਕ ਕੀ ਕਹਿਣਗੇ। ਜੇ ਆਪਾਂ ਨੂੰ ਲੋਕਾਂ ਦੀ ਪਰਵਾਹ ਕਰਨ ਲੱਗ ਗਏ ਤਾਂ ਫਿਰ ਆਪਾਂ ਕਦੇ ਵੀ ਉੱਪਰ ਨਹੀਂ ਉੱਠ ਸਕਦੇ। ਜਿਹੜੇ ਲੋਕਾਂ ਤੋਂ ਤੁਸੀਂ ਸ਼ਰਮ ਮੰਨ ਰਹੇ ਹੋ ਕਿ ਲੋਕ ਕੀ ਕਹਿਣਗੇ, ਉਹ ਲੋਕ ਤੁਹਾਨੂੰ ਥਾਲੀ ਲਾ ਕੇ ਦੇ ਜਾਣਗੇ ਕਿ ਆ ਲੈ ਖਾਣਾ ਖਾ ਲੈ। ਕੋਈ ਨਹੀਂ ਦੇ ਕੇ ਜਾਵੇਗਾ, ਆਪ ਕਮਾਉਣਾ ਪੈਂਦਾ। ਇਸ ਲਈ ਛੋਟਾ ਵੱਡਾ ਕੰਮ ਕੁਛ ਨਹੀਂ ਦੇਖਣਾ, ਆਪਾਂ ਨੇ ਹਰ ਕੰਮ ਕਰ ਲੈਣਾ ਹੈ। ਇਹ ਨਹੀਂ ਸੋਚਣਾ ਕਿ ਇਹ ਕੰਮ ਛੋਟਾ ਹੈ, ਬਿਲਕੁਲ ਨਹੀਂ ਸੋਚਣਾ। ਅਗਰ ਤੁਸੀਂ ਇੱਕ ਕਦਮ ਚੱਲੋਗੇ ਨਹੀਂ, ਅਗਰ ਤੁਸੀਂ ਪਹਿਲਾ ਕਦਮ ਚੱਕੋਗੇ ਨਹੀਂ ਤਾਂ ਤੁਹਾਡੇ ਨਾਲ ਦੁਨੀਆ ਕਿਵੇਂ ਚੱਲੇਗੀ। ਤੁਸੀਂ ਅਗਰ ਕਦਮ ਚੱਕੋਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਨਾਲ ਅਨੇਕਾਂ ਲੋਕ ਜੁੜ ਗਏ ਨੇ ਔਰ ਤੁਹਾਡੀ ਹਿੰਮਤ ਨੂੰ ਵਧਾ ਰਹੇ ਨੇ, ਤੁਹਾਡਾ ਹੌਸਲਾ ਵਧਾ ਰਹੇ ਨੇ। ਔਰ ਫਿਰ ਦੇਖਿਓ ਤੁਹਾਡੀ ਉਹੀ ਕਿਸਮਤ ਜਿਸ ਦਾ ਤੁਸੀਂ ਰੋਣਾ ਰੋ ਰਹੇ, ਉਹੀ ਕਿਸਮਤ ਕਿਸ ਤਰ੍ਹਾਂ ਬਦਲਦੀ ਹੈ। ਕਿਸ ਤਰ੍ਹਾਂ ਤੁਸੀਂ ਮਿੱਟੀ ਨੂੰ ਹੱਥ ਪਾਉਣੇ ਆ ਤਾਂ ਉੱਥੇ ਸੋਨਾ ਬਣ ਜਾਂਦਾ ਹੈ। ਇਸ ਤਰ੍ਹਾਂ ਦੀ ਕਿਸਮਤ ਤੁਸੀਂ ਆਪ ਬਣਾਉਣੀ ਹੈ। ਤੁਹਾਡੀ ਉਹ ਕਿਸਮਤ ਜਿਸ ਨੂੰ ਤੁਸੀਂ ਬਹੁਤ ਹੀ ਫਾਲਤੂ ਸਮਝ ਰੱਖਿਆ ਹੈ, ਬਹੁਤ ਹੀ ਫਾਲਤੂ ਜਿਹੀ ਔਰ ਬਹੁਤ ਹੀ ਬੇਕਾਰ ਜਿਹੀ ਬਣਾ ਰੱਖੀ ਸੀ ਆਪਣੀ ਕਿਸਮਤ, ਜਦੋਂ ਤੁਹਾਡੇ ਨਾਲ ਅਨੇਕਾਂ ਲੋਕ ਜੁੜਨਗੇ ਔਰ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਚੱਲੋਗੇ, ਅੱਗੇ ਵਧੋਗੇ ਔਰ ਤੁਹਾਡਾ ਕੰਮ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ, ਫਿਰ ਉਸੇ ਫਾਲਤੂ ਕਿਸਮਤ ਤੇ ਤੁਹਾਨੂੰ ਨਾਜ਼ ਹੋਏਗਾ। ਤੁਸੀਂ ਕਹੋਗੇ ਕਿ ਮੈਂ ਤਾਂ ਪਿਛਲੇ ਜਨਮ ਵਿੱਚ ਜ਼ਰੂਰ ਕੋਈ ਪੁੰਨ ਕੀਤੇ ਹੋਣੇ ਆ ਜੋ ਮੇਰੀ ਐਨੀ ਵਧੀਆ ਕਿਸਮਤ ਹੈ। ਉਸੇ ਮੂੰਹ ਨਾਲ ਤੁਸੀਂ ਉਸੇ ਕਿਸਮਤ ਨੂੰ ਵਧੀਆ ਕਹੋਗੇ। ਇਹ ਸਭ ਕੁਝ ਹੋਵੇਗਾ ਕਿਵੇਂ? ਆਪਾਂ ਨੂੰ ਕੰਮ ਕਰਨਾ ਪੈਣਾ ਹੈ, ਆਪਾਂ ਨੂੰ ਦਿਨ ਰਾਤ ਮਿਹਨਤ ਕਰਨੀ ਪੈਣੀ ਹੈ। ਆਪਾਂ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ ਹਰ ਕੰਮ ਕਰਾਂਗੇ। ਅਸੀਂ ਸ਼ਰਮ ਨਹੀਂ ਮੰਨਾਂਗੇ ਕਿ ਇਹ ਕੰਮ ਛੋਟਾ ਹੈ, ਲੋਕ ਹੱਸਣਗੇ। ਅਸੀਂ ਐਵੇਂ ਦਾ ਕੁਝ ਨਹੀਂ ਸੋਚਾਂਗੇ ਔਰ ਅਸੀਂ ਅੱਗੇ ਵਧਾਂਗੇ। ਫਿਰ ਹੀ ਸਾਡੀ ਉਹ ਜਿਹੜੀ ਬੇਕਾਰ ਕਿਸਮਤ ਹੈ ਉਹ ਵਧੀਆ ਬਣ ਜਾਏਗੀ ਔਰ ਸਾਨੂੰ ਉਸੇ ਕਿਸਮਤ ਤੇ ਮਾਣ ਮਹਿਸੂਸ ਹੋਵੇਗਾ। ਅਗਰ ਅਸੀਂ 2 ਵਕਤ ਦੀ ਰੋਟੀ ਖਾ ਰਹੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਖਾਣਾ ਖਿਲਾ ਰਹੇ ਹਾਂ, ਉਹਨਾਂ ਨੂੰ ਪੜ੍ਹਾ ਰਹੇ ਹਾਂ, ਸਾਡੇ ਕੋਲ ਰਹਿਣ ਲਈ ਛੱਤ ਹੈ, ਤਾਂ ਫਿਰ ਸਾਡੇ ਕੋਲੇ ਸਭ ਕੁਝ ਹੈ। ਸਾਨੂੰ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਸਾਨੂੰ ਪਰਮਾਤਮਾ ਨੂੰ ਬੇਵਜ੍ਹਾ ਨਹੀਂ ਕੋਸਣਾ ਚਾਹੀਦਾ। ਸਾਨੂੰ ਜੋ ਮਿਲ ਰਿਹਾ ਸਾਨੂੰ ਉਹਨੇ ਵਿੱਚ ਸੰਤੁਸ਼ਟ ਰਹਿਣਾ ਚਾਹੀਦਾ ਔਰ ਅੱਗੇ ਰੱਜ ਕੇ ਮਿਲੇ ਔਰ ਅੱਗੇ ਦਾ ਸੋਚਣਾ ਚਾਹੀਦਾ ਕਿ ਅਸੀਂ ਆਪਣੀ ਜੋ ਕਮਾਈ ਹੈ ਉਸ ਵਿੱਚ ਕਿਵੇਂ ਹੋਰ ਵਾਧਾ ਕਰੀਏ, ਅਸੀਂ ਆਪਣੀ ਕਮਾਈ ਨੂੰ ਕਿਵੇਂ ਵਧਾਈਏ
ਤਾਂ ਕਿ ਸਾਡੇ ਬੱਚੇ ਚੰਗੀ ਪਰਵਰਿਸ਼ ਅਸੀਂ ਉਹਨਾਂ ਦੀ ਕਰ ਸਕੀਏ। ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾ ਅਸੀਂ ਕਮਾਉਣੇ ਆ ਉਸ ਦੇ ਵਿੱਚੋਂ ਕੁਝ ਹਿੱਸਾ ਅਸੀਂ ਕਿਸੇ ਗਰੀਬ ਨੂੰ ਵੀ ਜ਼ਰੂਰ ਦੇਈਏ। ਅਸੀਂ ਕਿਸੇ ਦੀ ਹੈਲਪ ਜ਼ਰੂਰ ਕਰਨੀ ਹੈ। ਆਪਣਾ ਪੇਟ ਵੀ ਅਸੀਂ ਭਰਨਾ ਹੈ ਔਰ ਆਪਣੇ ਬੱਚਿਆਂ ਦਾ ਵੀ ਅਸੀਂ ਦੇਖਣਾ ਹੈ। ਔਰ ਕੋਸ਼ਿਸ਼ ਕਰੋ ਕਿ ਤੁਸੀਂ 2 ਵਕਤ ਦੀ ਰੋਟੀ ਜੋ ਬਣਾ ਰਹੇ ਹੋ ਉਸ ਵਿੱਚੋਂ ਕਿਸੇ ਨੂੰ ਗਰੀਬ ਨੂੰ ਵੀ ਜ਼ਰੂਰ ਖਾਣਾ ਖਵਾਓ। ਫੁੱਟਪਾਥ ਤੇ ਸੜਕਾਂ ਤੇ ਜੋ ਸਟੇਸ਼ਨਾਂ ਤੇ ਬੈਠ ਕੇ ਛੱਪਰਾਂ ਦੇ ਵਿੱਚ ਬੈਠ ਕੇ ਜੂਨ ਗੁਜ਼ਾਰਾ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਵੀ ਜੋ ਬਚਿਆ ਹੋਇਆ ਖਾਣਾ ਹੈ ਜਾਂ ਤੁਸੀਂ ਉਹ ਦੇ ਸਕਦੇ ਹੋ, ਜਾਂ ਤੁਸੀਂ 1-2 ਰੋਟੀ ਐਕਸਟਰਾ ਪਕਾ ਲਓ ਅਤੇ ਉਹ ਉਹਨਾਂ ਨੂੰ ਜ਼ਰੂਰ ਦਿਓ। ਜੋ ਵੀ ਤੁਹਾਡੇ ਦਰਵਾਜ਼ੇ ਤੇ ਆਉਂਦਾ ਹੈ ਕੋਈ ਗਰੀਬ, ਉਸ ਨੂੰ ਖਾਣਾ ਜ਼ਰੂਰ ਖਵਾਓ। ਔਰ ਤੁਸੀਂ ਕੋਸ਼ਿਸ਼ ਕਰੋ ਕਿ ਨਿੱਕੇ ਨਿੱਕੇ ਜੀਵ ਜਿਨ੍ਹਾਂ ਨੂੰ ਤੁਸੀਂ ਆਪਣੀ ਕਮਾਈ ਵਿੱਚੋਂ ਕੁਝ ਖਵਾਉਂਦੇ ਹੋ ਤਾਂ ਤੁਹਾਡੀ ਕਮਾਈ ਵਿੱਚ ਬਹੁਤ ਬਰਕਤ ਹੋਵੇਗੀ। ਇਸ ਨੂੰ ਲੱਗਦਾ ਹੈ ਕਿ ਮੈਂ ਗਰੀਬ ਹਾਂ, ਮੇਰੀ ਕਿਸਮਤ ਖਰਾਬ ਹੈ, ਮੇਰੇ ਕੋਲੇ ਵਧੀਆ ਕੱਪੜੇ ਨਹੀਂ ਹੈ, ਮੇਰੇ ਕੋਲੇ ਢੰਗ ਦਾ ਖਾਣਾ ਨਹੀਂ ਹੈ, ਤਾਂ ਉਹ ਪਲੀਜ਼ ਮੇਰੇ ਕਹਿਣ ਤੇ ਕਿਸੇ ਗਰੀਬ ਨੂੰ 2 ਰੋਟੀ ਦੇ ਕੇ ਦੇਖੇ। ਉਹ ਉਸ 2 ਰੋਟੀ ਲਈ ਉਸ ਨੂੰ ਇੰਨੀਆਂ ਦੁਆਵਾਂ ਦੇਵੇਗਾ, ਉਸ ਤੋਂ ਤੁਹਾਨੂੰ ਸਮਝ ਲੱਗੇਗੀ ਕਿ ਤੁਸੀਂ ਬੇਵਜ੍ਹਾ ਹੀ ਪ੍ਰਮਾਤਮਾ ਨੂੰ ਕੋਸ ਰਹੇ ਹੋ। ਉਹ 2 ਰੋਟੀ ਲਈ ਕਿੰਨਾ ਤੁਹਾਨੂੰ ਥੈਂਕ ਯੂ ਕਹਿ ਕੇ ਗਿਆ, ਤਾਂ ਤੁਸੀਂ ਸਾਰਾ ਪਰਿਵਾਰ ਖਾ ਰਹੇ ਹੋ ਔਰ ਤੁਹਾਡੇ ਮੂੰਹ ਚੋਂ ਇੱਕ ਵਾਰ ਵੀ ਥੈਂਕ ਯੂ ਰੱਬ ਲਈ ਨਹੀਂ ਨਿਕਲਦਾ ਕਿ ਤੇਰਾ ਧੰਨਵਾਦ। ਉਹ ਤੁਸੀਂ ਕਿਸੇ ਨੂੰ 2 ਰੋਟੀ ਦਿੱਤੀ ਤਾਂ ਉਹ ਤੁਹਾਨੂੰ ਕਿੰਨੀਆਂ ਅਸੀਸਾਂ ਦੇ ਕੇ ਗਿਆ ਔਰ ਤੁਹਾਨੂੰ ਫਿਰ ਪਤਾ ਲੱਗੇਗਾ। ਤੁਸੀਂ ਇਹ ਰੂਟੀਨ ਬਣਾਓ ਕਿ ਤੁਸੀਂ ਕਿਸੇ ਗਰੀਬ ਨੂੰ ਰੋਟੀ ਜ਼ਰੂਰ ਖਵਾਓਗੇ। ਤੁਸੀਂ 2 ਰੋਟੀ ਹੀ ਚਾਹੇ ਉਸ ਨੂੰ ਦੇ ਦਿਓ, ਲੇਕਿਨ ਤੁਸੀਂ ਜ਼ਰੂਰ ਦਿਓਗੇ। ਦੂਸਰਾ ਕੰਮ ਤੁਸੀਂ ਕੀ ਕਰਨਾ ਹੈ ਜਿਸ ਨਾਲ ਤੁਹਾਡੀ ਕਮਾਈ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇਗੀ? ਤੁਸੀਂ ਕੀੜਿਆਂ ਦੇ ਭੌਣ ਦੇ ਉੱਤੇ ਡੇਲੀ ਕੁਛ ਨਾ ਕੁਛ ਪਾਉਣਾ ਹੀ ਪਾਉਣਾ ਹੈ। ਚਾਹੇ ਤੁਸੀਂ ਕਣਕ ਪਾ ਦਿਓ, ਚਾਹੇ ਤੁਸੀਂ ਸ਼ੱਕਰ ਪਾ ਦਿਓ, ਚਾਹੇ ਗੁੜ ਪਾ ਦਿਓ, ਚੀਨੀ ਪਾ ਦਿਓ, ਕੁਛ ਵੀ ਤੁਸੀਂ ਦਾਲਾਂ ਪਾ ਦਿਓ ਜੋ ਵੀ ਤੁਹਾਡੇ ਘਰੇ ਹੈ। ਅਗਰ ਇਹ ਵੀ ਨਹੀਂ ਹੈ ਤਾਂ ਤੁਸੀਂ ਰਾਤ ਦੀ ਬਚੀ ਹੋਈ ਰੋਟੀ ਉਸ ਨੂੰ ਬਿਲਕੁਲ ਬਾਰੀਕ ਕਰਕੇ ਉਹ ਪਾ ਦਿਓ ਜਾ ਕੇ, ਤਾਂ ਤੁਹਾਨੂੰ ਇੱਕ ਵੱਖਰੀ ਜਿਹੀ ਖੁਸ਼ੀ ਮਿਲੇਗੀ ਕਿ ਹਾਂ ਮੈਂ ਆਪਣੀ ਕਮਾਈ ਨਾਲ ਆਪਣੇ ਬੱਚੇ ਵੀ ਪਾਲ ਰਿਹਾ, ਮੈਂ ਇੱਕ ਟਾਈਮ ਦਾ ਗਰੀਬ ਨੂੰ ਵੀ ਖਾਣਾ ਖਵਾ ਰਿਹਾ, ਮੈਂ ਨਿੱਕੇ ਨਿੱਕੇ ਜੀਵਾਂ ਦਾ ਵੀ ਪੇਟ ਭਰ ਰਿਹਾ। ਔਰ ਆਪਣੇ ਘਰ ਦੀ ਜਿਹੜੀ ਪ੍ਰਮਾਤਮਾ ਨੇ ਤੁਹਾਨੂੰ ਛੋਟੀ ਵੱਡੀ ਛੱਤ ਦਿੱਤੀ ਹੈ ਨਾ ਰਹਿਣ ਨੂੰ, ਉਹਦੇ ਉੱਪਰ ਤੁਸੀਂ ਨਿੱਕੇ ਨਿੱਕੇ ਪੰਛੀਆਂ ਲਈ ਪਾਣੀ ਦਾ ਔਰ ਜੋ ਉਹਨਾਂ ਲਈ ਦਾਣਾ ਹੈ ਉਸ ਦਾ ਪ੍ਰਬੰਧ ਕਰੋ। ਉੱਥੇ ਤੁਸੀਂ ਥੋੜਾ ਜਿਹਾ ਹੀ ਚਾਹੇ ਰੱਖੋ, ਉਹਨਾਂ ਦਾ ਭੋਜਨ ਉੱਥੇ ਰੱਖੋ ਔਰ ਉਹਨਾਂ ਦਾ ਪਾਣੀ ਉੱਥੇ ਰੱਖੋ। ਉਹ ਵੀ ਉੱਥੋਂ ਖਾਣਗੇ ਤਾਂ ਉਹ ਤੁਹਾਨੂੰ ਅਸੀਸਾਂ ਦੇ ਕੇ ਜਾਣਗੇ ਔਰ ਤੁਹਾਨੂੰ ਵੀ ਇਹ ਬਹੁਤ ਵਧੀਆ ਲੱਗੇਗਾ ਅਗਰ ਤੁਸੀਂ ਰੂਟੀਨ ਵਿੱਚ ਇਹ ਕੰਮ ਕਰਦੇ ਹੋ। ਤੁਸੀਂ ਉਹਨਾਂ ਦਾ ਉੱਥੇ ਜਾ ਕੇ ਜੋ ਉਹਨਾਂ ਲਈ ਚੋਗਾ ਰੱਖਿਆ, ਪਾਣੀ ਰੱਖਿਆ, ਉਹ ਦੇਖਣਾ ਹੀ ਦੇਖਣਾ ਹੈ ਕਿ ਹੈਗਾ ਕਿ ਖਤਮ ਹੋ ਗਿਆ। ਅਗਰ ਉਹ ਖਤਮ ਹੈ ਤਾਂ ਉਹਦੇ ਵਿੱਚ ਹੋਰ ਪਾ ਕੇ ਆਓ। ਔਰ ਤੁਸੀਂ ਇਹ ਰੂਟੀਨ ਬਣਾ ਲਓ ਕਿ ਤੁਸੀਂ ਕੀੜਿਆਂ ਨੂੰ ਵੀ ਖਵਾਓਗੇ ਹੀ ਖਵਾਓਗੇ ਔਰ ਤੁਸੀਂ ਭੋਜਨ ਗਰੀਬ ਨੂੰ ਵੀ ਖਵਾਓਗੇ। ਅਗਰ ਤੁਸੀਂ ਕੁੱਤੇ ਨੂੰ ਵੀ 1 ਰੋਟੀ ਪਾਉਂਦੇ ਹੋ, ਉਹ ਵੀ ਤੁਹਾਨੂੰ ਵੱਖਰੀ ਖੁਸ਼ੀ ਦੇਵੇਗੀ। ਤੁਸੀਂ ਆਪ ਹੀ ਸੋਚੋਗੇ ਕਿ ਮੈਂ ਆਪਣਾ ਥੋੜੀ ਜਿਹੀ ਕਮਾਈ ਕਰਕੇ ਕਿੰਨੇ ਜੀਵਾਂ ਦਾ ਢਿੱਡ ਭਰ ਰਿਹਾ, ਆਪਣਾ ਪਰਿਵਾਰ ਪਾਲ ਰਿਹਾ। ਅਸੀਂ ਆਪਣੀ ਕਮਾਈ ਵਿੱਚੋਂ ਕੁੱਤੇ ਨੂੰ ਵੀ ਰੋਟੀ ਪਾ ਰਹੇ ਹਾਂ, ਚਾਹੇ ਅੱਧੀ ਪਾ ਦਿਓ ਰੋਟੀ, ਕੁੱਤੇ ਨੂੰ ਵੀ ਪਾਓ। ਅਸੀਂ ਗਰੀਬ ਨੂੰ ਵੀ ਖਾਣਾ ਖਵਾ ਰਹੇ ਹਾਂ। ਅਸੀਂ ਨਿੱਕੇ ਨਿੱਕੇ ਜੀਵਾਂ ਨੂੰ, ਜੋ ਪਤਾ ਹੀ ਨਹੀਂ ਕਿੰਨੇ ਨਿੱਕੇ ਨਿੱਕੇ ਜੀਵ ਹੈ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਉਹ ਖਾਣਾ ਖਾ ਰਹੇ ਨੇ, ਉਹ ਵੀ ਮੇਰੀ ਕਮਾਈ ਦਾ। ਔਰ ਤੁਹਾਨੂੰ ਬਹੁਤ ਵੱਖਰੀ ਖੁਸ਼ੀ ਮਿਲੇਗੀ ਔਰ ਫਿਰ ਤੁਹਾਨੂੰ ਉਹ ਕਿਸਮਤ ਦਾ ਰੋਣਾ ਭੁੱਲ ਜਾਏਗਾ ਔਰ ਤੁਸੀਂ ਆਪਣੇ ਆਪ ਨੂੰ ਵਧੀਆ ਪਰਫੈਕਟ ਸਮਝਣ ਲੱਗ ਜਾਓਗੇ ਕਿ ਜੋ ਮੈਂ ਹੈ ਮੈਂ ਅਸਲੀ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ। ਮੈਂ ਕਿੰਨੇ ਜਾਣਿਆਂ ਦਾ ਪੇਟ ਭਰਦਾ, ਇਸ ਕਾਬਿਲ ਮੈਨੂੰ ਪ੍ਰਮਾਤਮਾ ਨੇ ਹੀ ਬਣਾਇਆ ਹੈ। ਅੱਜ ਮੇਰੇ ਕੋਲ ਜੋ ਕੁਝ ਵੀ ਹੈ ਉਹ ਮੈਨੂੰ ਪ੍ਰਮਾਤਮਾ ਨੇ ਹੀ ਦਿੱਤਾ ਹੈ। ਫਿਰ ਤੁਸੀਂ ਦੇਖੋਗੇ ਕਿ ਤੁਹਾਡਾ ਜੋ ਵੀ ਬਿਜ਼ਨਸ ਹੈ, ਛੋਟਾ ਵੱਡਾ ਜੋ ਵੀ ਹੈ, ਉਹ ਕਿੰਨੀ ਤਰੱਕੀ ਕਰਦਾ ਹੈ। ਅਗਰ ਤੁਸੀਂ ਇਹ ਕੰਮ ਕਰਦੇ ਹੋ ਤਾਂ ਤੁਹਾਡਾ ਬਿਜ਼ਨਸ ਬਹੁਤ ਜ਼ਿਆਦਾ ਤਰੱਕੀ ਕਰੇਗਾ। ਤੁਸੀਂ ਬਹੁਤ ਜ਼ਿਆਦਾ ਮੈਂਟਲੀ ਬਹੁਤ ਜ਼ਿਆਦਾ ਖੁਸ਼ ਰਹੋਗੇ, ਸਟਰੋਂਗ ਰਹੋਗੇ ਅਗਰ ਤੁਸੀਂ ਕਿਸੇ ਲਈ ਇਹ ਕਰਦੇ ਹੋ ਤਾਂ। ਸੋ ਫਰੈਂਡਸ, ਕੁਛ ਨਹੀਂ ਹੁੰਦਾ ਕਿਸਮਤ ਮਾੜੀ ਹੈ, ਇਹ ਹੈ ਉਹ ਹੈ, ਇਹ ਸਭ ਗੱਲਾਂ ਹੁੰਦੀਆਂ, ਲੇਕਿਨ ਇਸ ਨੂੰ ਜਿੰਨੀ ਜਲਦੀ ਹੋ ਸਕੇ ਅਸੀਂ ਆਪਣੇ ਮਾਈਂਡ ਵਿੱਚੋਂ ਰਿਮੂਵ ਕਰਾਂਗੇ ਔਰ ਹਮੇਸ਼ਾ ਖੁਸ਼ ਰਵਾਂਗੇ। ਅਸੀਂ ਜਿੰਨਾ ਖਾ ਰਹੇ ਹਾਂ ਉਨੇ ਵਿੱਚ ਹੀ ਸੰਤੁਸ਼ਟ ਰਵਾਂਗੇ। ਅਸੀਂ ਉਹਦੇ ਵਿੱਚੋਂ ਵੀ ਕੋਸ਼ਿਸ਼ ਕਰਾਂਗੇ ਕਿ ਕਿਸੇ ਦਾ ਹੋਰ ਦਾ ਵੀ ਪੇਟ ਭਰ ਜਾਏ। ਅਸੀਂ ਇਹ ਹਮੇਸ਼ਾ ਕੋਸ਼ਿਸ਼ ਕਰਾਂਗੇ। ਸੋ ਫਰੈਂਡਸ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਕਮੈਂਟ ਐਂਡ ਸ਼ੇਅਰ ਕਰਿਆ ਕਰੋ।